हाँ जी दोस्तों, स्वागत है तुहाडा सारिਆਂ ਦਾ स्टडी फाइटर्स ਦੇ ਵਿੱਚ। ਜੇਕਰ ਤੁਸੀਂ ਵੀ ਸੀਟੈਟ ਦਾ ਪੇਪਰ ਦੇਣ ਜਾ ਰਹੇ ਹੋ, ਪੇਪਰ 1 ਹੋਵੇ ਪੇਪਰ 2 ਹੋਵੇ, ਤੁਸੀਂ ਪੰਜਾਬੀ ਨੂੰ ਲੈਂਗੁਏਜ ਫਸਟ ਦੇ ਰੂਪ ਵਿੱਚ ਸਿਲੈਕਟ ਕੀਤਾ ਹੋਵੇ, ਲੈਂਗੁਏਜ ਸੈਕੰਡ ਦੇ ਰੂਪ ਵਿੱਚ ਸਿਲੈਕਟ ਕੀਤਾ ਹੋਵੇ, ਕੋਈ ਟੈਨਸ਼ਨ ਨਹੀਂ। ਜਸਟ ਤੁਸੀਂ ਨੇ ਇਹ ਵੀਡੀਓ ਦੇਖਣੀ ਹੈ ਜਿਸ ਦੇ ਵਿੱਚ ਅਸੀਂ ਪੰਜਾਬੀ ਦੇ ਪੇਪਰ ਨੂੰ ਸੋਲਵ ਕਰਾਂਗੇ। ਇਹ ਪੇਪਰ 2019 ਦੇ ਵਿੱਚ ਕੰਡਕਟ ਕਰਵਾਇਆ ਗਿਆ ਸੀ, ਠੀਕ ਹੈ। 2019 ਵਾਲਾ ਪੇਪਰ है ये, पेपर 1 की PDF है ये, ठीक है। तुसी ना टेंशन लो भी तुसी किहड़ा पेपर देने जा रहे हो, क्वेश्चन उरा परा होणगे, सिलेबस सेम है जदों, बस क्वेश्चन के लैवल का थोड़ा बहुत फर्क पै जाऊगा, टेंशन नहीं लैनी। तो देखो जी, आप फस्ट क्वेश्चन पढ़ते हैं। तुहानूं ट्रिक की दसी हुई है मैं भी, सब तो पहला क्वेश्चन के उत्ते पुजो, ठीक है। पहला क्वेश्चन की है जी, शाह हुसैन उपर मगरों किसका वधेरे प्रभाव पिया, ठीक है। मगरों बाद विच किसका प्रभाव पिया सीगा, तो इहनूं आपां लभण की कोशिश करते हैं पैरे दे विचों। ਤਾਂ ਪੈਰੇ ਦੇ ਵਿੱਚ ਆਪਾਂ ਨੂੰ ਲੱਭ ਗਿਆ ਕਿ ਡੂੰਘਾ ਪ੍ਰਭਾਵ ਪਿਆ ਜੀ। ਲਾਈਨ ਨੂੰ ਆਪਾਂ ਪੂਰਾ ਪੜ੍ਹਦੇ ਹਾਂ। ਪੀਰ ਜੀ ਦੇ ਉਪਦੇਸ਼ ਤੇ ਤਾਲੀਮ ਦਾ, ਠੀਕ ਹੈ ਜੀ। ਉਪਦੇਸ਼ ਦਾ ਤੇ ਤਾਲੀਮ ਦਾ, ਕਿਹਦੀ? ਪੀਰ ਦੇ, ਠੀਕ ਹੈ। ਆਪਸ਼ਨ 4 ਸਾਡਾ ਕੀ ਹੋ ਗਿਆ? ਰਾਈਟ ਆਨਸਰ ਹੋ ਗਿਆ। ਤਾਲੀਮ मतलब ਸਿੱਖਿਆ, ਠੀਕ ਹੈ। ਤੇ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੀ, ਸ਼ਾਹ ਹੁਸੈਨ ਨੇ ਕਿਹੜੇ ਰੰਗ ਦੇ ਕੱਪੜੇ ਪਾ ਲਏ ਸਨ, ਤਾਂ ਦੱਸੋ ਜੀ। ਪੈਰੇ ਦੇ ਵਿੱਚ ਦੱਸਾਂਗੇ। ਤਾਂ ਦੇਖੋ ਇੱਥੇ ਗੱਲ ਆਪਾਂ ਲੱਭੋ ਵੀ ਕੱਪੜਿਆਂ ਦੀ ਗੱਲ ਕਿੱਥੇ ਕੀਤੀ ਗਈ ਹੈ, ਆਪਾਂ ਉਹ ਲਾਈਨ ਨੂੰ ਚੰਗੀ ਤਰ੍ਹਾਂ ਪੜਾਂਗੇ। ਤਾਂ ਇਸ ਦੇ ਵਿੱਚ ਆਪਾਂ ਨੂੰ ਲੱਭ ਗਿਆ ਇੱਥੇ ਦੇਖੋ, ਸ਼ਰੀਅਤ ਦੀਆਂ ਬੰਦਿਸ਼ਾਂ ਤੋੜ ਕੇ ਗੇਰੂ ਰੰਗ ਦੇ ਵਸਤਰ ਧਾਰਨ ਕਰ ਲਏ। ਕਿਹੜੇ ਰੰਗ ਦੇ? ਗੇਰੂ ਰੰਗ ਦੇ। ਤਾਂ ਫਸਟ ਆਪਸ਼ਨ ਸਾਡਾ ਕੀ ਹੋ ਗਿਆ ਇਸ ਦੇ ਵਿੱਚ? ਰਾਈਟ ਆਨਸਰ ਹੋ ਜਾਵੇਗਾ, ਠੀਕ ਹੈ ਜੀ। ਇਸ ਤਰ੍ਹਾਂ ਇਹ ਕੁਐਸਚਨ ਲੱਭਣੇ ਹੁੰਦੇ ਨੇ। ਨੈਕਸਟ ਕੁਐਸਚਨ, ਲੋਕ ਸ਼ਾਹ ਹੁਸੈਨ ਨੂੰ ਕਿਹੜੇ ਨਾਂ ਨਾਲ ਪੁਕਾਰਨ ਲੱਗ ਪਏ ਸਨ, ਤਾਂ ਲੋਕ ਸੀ ਜਿਹੜੇ ਸ਼ਾਹ ਹੁਸੈਨ ਨੂੰ, ਵੈਸੇ ਮੈਂ ਤੁਹਾਨੂੰ ਸਿੰਪਲੀ ਦੱਸ ਦਿੰਦਾ, ਲਾਲ ਹੁਸੈਨ, ਠੀਕ ਹੈ। ਪੂਰਾ ਨਾਮ ਵੀ ਦੱਸ ਦਿੰਦਾ ਤੁਹਾਨੂੰ ਮੈਂ ਜਮਾਂ, ਮਾਧੋ ਲਾਲ ਹੁਸੈਨ ਦੇ ਨਾਮ ਨਾਲ ਉਸ ਨੂੰ ਲੋਕ ਜਾਣਨ ਲੱਗ ਪਏ ਸੀ। ਵੈਸੇ ਆਪਾਂ ਕਮੀ ਨਹੀਂ ਛੱਡਦੇ, ਤੁਹਾਨੂੰ ਪੈਰੇ ਦੇ ਵਿੱਚ ਵੀ ਦਿਖਾਉਂਗਾ ਮੈਂ ਵੀ ਕਿੱਥੇ ਤੋਂ ਲੱਭੇ ਇਹ, ਠੀਕ ਹੈ। ਵੈਸੇ ਹੀ ਮੈਨੂੰ ਤਾਂ ਵੈਸੇ ਹੀ ਯਾਦ ਸੀ, ਇੱਕ ਮਤਲਬ ਵਧੀਆ ਲੈਵਲ ਦਾ ਕੁਐਸਚਨ ਬਣ ਗਿਆ ਨਾ, ਵੈਸੇ ਮਾਸਟਰ ਕਿਡ ਲੈਵਲ ਦਾ ਕੁਐਸਚਨ ਇਹ ਮੈਂ ਖੁਦ ਪੜ੍ਹਾਇਆ ਬੱਚਿਆਂ ਨੂੰ ਬੈਚ 'ਚ। ਸ਼ੇਖ ਬਹਿਲੋਲ ਸੀ ਜਿਹੜਾ ਉਹ ਮੁਰੀਦ ਸੀ, ਠੀਕ ਹੈ। ਇਹ ਵੀ ਇੱਕ ਐਕਸਟਰਾ ਨੌਲੇਜ ਹੋ ਗਈ। ਤੇ ਜਿੱਥੋਂ ਤੱਕ ਗੱਲ ਸੀ ਵੀ ਲੋਕ ਉਸ ਨੂੰ ਲਾਲ ਹੁਸੈਨ ਦੇ ਨਾਮ ਨਾਲ ਜਾਣਨ ਲੱਗ ਪਏ ਸੀ, ਠੀਕ ਹੈ। ਤਾਂ ਲਾਲ ਹੁਸੈਨ ਪੁਕਾਰਨ ਲੱਗ ਪਏ ਸੀ ਲੋਕ, ਇੱਥੇ ਦੇਖੋ, ਠੀਕ ਹੈ ਜੀ। ਮਾਧੋ ਲਾਲ ਹੁਸੈਨ, ਮਾਧੋ ਲਾਲ ਹੁਸੈਨ ਸੀ ਜਿਹੜਾ ਬਹੁਤੇ ਕਹਿੰਦੇ ਨੇ ਵੀ ਇਸ ਦਾ ਦੋਸਤ ਸੀ, ਇੱਕ ਲੜਕਾ ਸੀ ਮਾਧੋ ਨਾਂ ਦਾ, ਲਾਲ ਹੁਸੈਨ, ਵੀ ਉਸ ਦੇ ਨਾਲ ਇਹਨੂੰ ਇਸ਼ਕ ਹੋ ਗਿਆ ਸੀ, ਠੀਕ ਹੈ। ਇਹ ਵੀ ਮੰਨਿਆ ਜਾਂਦਾ। ਤੇ ਇੱਕ ਬਹੁਤੇ ਕਹਿੰਦੇ ਨੇ ਵੀ ਇਸ ਦਾ ਮੁਰਸ਼ਦ ਸੀ, ਵੈਸੇ ਮੁਰਸ਼ਦ ਦਾ ਨਾਂ ਇਸ ਦਾ ਕੀ ਸੀ? ਸ਼ੇਖ ਬਹਿਲੋਲ ਸੀ। ਫॉर एक्स्ट्रा नॉलेज कैच कर लियो, ठीक है। तो नाल आपां एक होर सिस्टम चलाने यार, नाल दी नाल इधरले क्वेश्चन भी निबेड़ते चलते हैं, नंबरिंग तो की मंगना तुसीं ने, ठीक है। तो नैक्सट क्वेश्चन है जी अपने कोल कि पाबंद शब्द का विरोधी शब्द चुनो। तो पाबंद का विरोधी शब्द होंदा है आज़ाद। पाबंद का मतलब जो पाबंदियां च रहे, आज़ाद मतलब खुला शेर, ठीक है। तो ऑप्शन 3 साडा इस ते राइट आंसर हो। वैसे ये व्याकरण बेस्ड क्वेश्चन है, ठीक है। इस तरह के क्वेश्चन च टेंशन ना लिया करो। इस तो बाद आपां नैक्सट क्वेश्चन समझदे हां जी। नैक्सट क्वेश्चन की हैगा, शाह हुसैन आज़ाद किवें बनिया, आज़ाद किवें होया सी ओह? शरीयत ਦੀਆਂ ਪਾਬੰਦੀਆਂ ਨੂੰ ਤੋੜ ਕੇ, ਬੰਦਿਸ਼ਾਂ ਨੂੰ ਤੋੜ ਕੇ ਉਹ ਆਜ਼ਾਦ ਹੋਇਆ ਸੀ। ਪੈਰੇ ਵਿੱਚ ਵੀ ਮੈਂ ਤੁਹਾਨੂੰ ਇਹ ਲੱਭ ਕੇ ਦਿਖਾ ਦਿੰਨਾ, ਲੱਭੋ ਇਹਦੇ 'ਚ ਕਿਤੇ ਇੱਥੇ ਜੀ। ਨਾਲ ਤੁਸੀਂ ਵੀ ਦਿਮਾਗ ਲਗਾਇਆ ਕਰੋ, ਟੋਟਲ ਨੂੰ ਵਰਤਿਆ ਕਰੋ ਇਹਨੂੰ। ਦੇਖੋ, ਸ਼ਰਾਂ ਦੀਆਂ ਜਕੜਬੰਦੀਆਂ ਦਾ ਪਾਬੰਦ ਨਾ ਰਿਹਾ, ਉਸ ਦੇ ਆਜ਼ਾਦ ਦਿਲ ਲਈ ਸ਼ਰਈ ਪਾਬੰਦੀਆਂ ਹੁਣ ਕੜੀਆਂ ਜਾਪਣ ਲੱਗ ਗਈਆਂ ਸੀ ਉਸ ਨੂੰ, ਤੇ ਉਹ ਇਹਨਾਂ ਨੂੰ ਤੋੜ ਕੇ ਆਜ਼ਾਦ ਹੋਣਾ ਚਾਹੁੰਦਾ ਸੀ, ਤੇ ਐਂਡ ਤੇ ਜਾ ਕੇ ਉਹ ਤੋੜਿਆ ਗਿਆ ਸੀ। ਤਾਂ ਇਸ ਤਰੀਕੇ ਨਾਲ ਉਹ ਸ਼ਰਾਂ ਦੀਆਂ ਜਿਹੜੀਆਂ ਬੰਦਿਸ਼ਾਂ ਸੀ, ਪਾਬੰਦੀਆਂ ਸੀ, ਉਹਨਾਂ ਨੂੰ ਤੋੜ ਕੇ ਆਜ਼ਾਦ ਹੋ ਗਿਆ ਸੀ। ਨੈਕਸਟ ਕੁਐਸਚਨ ਨੂੰ ਸਮਝਦੇ ਹਾਂ ਜੀ ਆਪਾਂ, ਉਪਰੋਕਤ ਪੈਰੇ ਦਾ ਕਥਨ ਕੀ ਹੋ ਸਕਦਾ ਹੈ। ਤਾਂ ਇਸ ਦਾ ਜਿਹੜਾ ਕਥਨ ਉਹ ਹੋਏਗਾ ਜੀ, ਸ਼ਾਹ ਹੁਸੈਨ ਤੇ ਸ਼ਰੀਅਤ, ਇਹ ਇਸ ਦਾ ਕਥਨ ਹੋ ਸਕਦਾ ਹੈ, ਠੀਕ ਹੈ। ਸੌਰੀ, ਸਰਲੇਖ ਹੋ ਸਕਦਾ ਹੈ, ਠੀਕ ਹੈ। ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੀ, ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਕਿਹੜਾ ਹੈ? ਸਮਾਸੀ ਸ਼ਬਦ, समास का अर्थ होंगे जोड़ना। दो शब्दों ने जोड़ के आप एक नवा शब्द घड़ लेने, हदबंदियां इस की है जी, समासी शब्द है। व्याकरण वाली एक क्लास के चीज़ों की प्रैक्टिस तुहानूं करा देंगे, टेंशन ना लियो, ठीक है जी। तो इस थर्ड ऑप्शन साडा राइट आंसर हो गया। इस 4th ऑप्शन सी। नैक्सट पढ़ते हैं आप, शाह हुसैन ने शरीयत के विरुद्ध नवीं बगावत किवें कीती। लो ये भी पढ़ लेने भी किवें कीती, पैरा अपने सामने लिखा पे, ये भी औखे ने कुछ क्वेश्चन। तो देखो जी, इस आप लभण की कोशिश करो। ਉਹ बन गया सी फकीर, उसने सिर दाड़ी ते मुछां साफ करवा दित्तियां सी। तां यही आपां की करदे हां जी, ਲੱਭਦੇ ਹਾਂ ਵੀ ਕਿਹੜੇ ਆਪਸ਼ਨ ਦੇ ਵਿੱਚ ਲਿਖਿਆ ਹੋਇਆ, ਉਹੀ ਆਪਸ਼ਨ ਚੇਪ ਦਾਂਗੇ ਆਪਾਂ। ਤਾਂ ਦੇਖੋ, दाड़ी ते मुछां साफ करवा के, तो ऑप्शन
ਸੈਕੰਡ ਸਾਡਾ ਇਸ ਤੇ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ 10 ਸਾਲਾਂ ਦੀ ਉਮਰ ਵਿੱਚ ਸ਼ਾਹ ਹੁਸੈਨ ਦੀ ਪ੍ਰਾਪਤੀ ਕਿਹੜੀ ਹੈ, ਤਾਂ ਉਸ ਦੀ ਕਿਹੜੀ ਪ੍ਰਾਪਤੀ ਸੀ, ਇਹ ਵੀ ਆਪਾਂ ਪੈਰੇ ਦੇ ਵਿੱਚ ਲੱਭਾਂਗੇ। 10 ਸਾਲ ਦੀ ਉਮਰ ਵਿੱਚ ਉਹਨੇ ਇੱਕ ਪ੍ਰਾਪਤੀ ਕਰ ਲਈ ਸੀ, ਕਿਹੜੀ ਪ੍ਰਾਪਤੀ ਸੀ ਉਹ ਆਪਾਂ ਦੇਖਦੇ ਹਾਂ। 12 ਸਾਲ 'ਚ ਉਹਨੇ ਤਪੱਸਿਆ ਕੀਤੀ ਤੇ 10 ਸਾਲ 'ਚ ਇਹ ਰਿਹਾ। 10 ਸਾਲਾਂ ਦੀ ਉਮਰ ਵਿੱਚ ਉਹਨੇ ਕੀ ਕੀਤਾ ਸੀ, ਕੁਰਾਨ ਸ਼ਰੀਫ ਨੂੰ ਯਾਦ ਕਰ ਲਿਆ ਸੀ। ਕੁਰਾਨ ਸ਼ਰੀਫ ਨੂੰ ਉਹਨੇ ਮੂੰਹ ਜ਼ਬਾਨੀ ਯਾਦ ਕਰ ਲਿਆ ਸੀ। ਠੀਕ ਹੈ, ਤੁਹਾਡੇ ਤੋਂ ਇਹ ਸਿੰਪਲ ਜਿਹੇ ਕੁਐਸਚਨ ਨਹੀਂ ਯਾਦ ਹੁੰਦੇ। ਦੇਖੋ ਸ਼ਾਹ ਹੁਸੈਨ ਕਿੰਨਾ ਤਕੜਾ ਬੰਦਾ ਸੀ, ਹੈ ਨਾ। ਤਾਂ ਇਸ ਤਰੀਕੇ ਨਾਲ ਇਹਦੇ ਵਿੱਚ ਸਾਡਾ ਥਰਡ ਆਪਸ਼ਨ ਰਾਈਟ ਆਨਸਰ ਹੋ ਜਾਏਗਾ, ਕੁਰਾਨ ਸ਼ਰੀਫ ਜਵਾਨੀ ਯਾਦ ਕਰਨਾ। ਇਹ ਉਸ ਦੀ ਕੀ ਸੀ, 10 ਸਾਲ ਦੀ ਉਮਰ ਵਿੱਚ ਪ੍ਰਾਪਤੀ ਸੀ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਇਹ ਪੈਰੇ ਦੇ 9 ਕੁਐਸਚਨ ਆਪਾਂ ਡਿਸਕਸ ਕਰ ਲਏ ਨੇ। ਇਸ ਤੋਂ ਬਾਅਦ ਅੱਗੇ ਇੱਕ ਹੋਰ ਪੈਰਾ ਦਿੱਤਾ ਹੋਇਆ, ਇਹ ਪੈਰਾ ਦਿੱਤਾ ਹੋਇਆ ਹੈ। ਠੀਕ ਹੈ, ਇਸ ਪੈਰੇ ਨੂੰ ਸਮਝ ਲਓ। ਤਾਂ ਇਸ ਪੈਰੇ ਦੇ ਵਿੱਚ ਆਪਾਂ 100 ਨੰਬਰ ਫਸਟ ਕੁਐਸਚਨ ਹੈ ਪੈਰੇ ਦੇ ਅਕੋਰਡਿੰਗ। ਠੀਕ ਹੈ, ਕਵੀ ਨੇ ਇਸ ਕਵਿਤਾ ਵਿੱਚ ਕਿਹੜੀ ਵਿਧੀ ਦੀ ਵਰਤੋਂ ਕੀਤੀ ਹੈ। ਦੇਖੋ ਪੜ੍ਹੋ ਪਹਿਲਾਂ ਕਵਿਤਾ ਨੂੰ, ਮਤਲਬ ਝਾਤੀ ਮਾਰ ਲਓ ਕੀ ਗੱਲ ਕਰ ਰਹੇ ਨੇ ਉਹ। ਖਣਗਾਹੀ ਦੀਵਾ ਬਾਲ ਦੀਏ, ਕੀ ਲੋਚਦੀ ਏ ਕੀ ਭਾਲਦੀ ਏ, ਮਤਲਬ ਕਿ ਪ੍ਰਸ਼ਨ ਪੁੱਛ ਰਹੇ ਹੈ ਨਾ, ਕੀ ਸ਼ਬਦ ਵਰਤ ਕੇ ਪਿੱਛੇ ਪ੍ਰਸ਼ਨ ਕੇ ਚਿੰਨ੍ਹ ਲਗਾ ਰਹੇ ਹੈ, ਇਹਦਾ ਮਤਲਬ ਉਹ ਪ੍ਰਸ਼ਨ ਵਿਧੀ ਵਰਤ ਰਹੇ ਹੈ। ਸਿੰਪਲ ਜੀ ਗੱਲ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਹੈ ਜੀ ਲੀਰਾਂ ਗੀਟੇ ਤੇ ਮੇਬੀ ਇੱਥੇ ਪੱਥਰ ਆਣਾ ਸੀ, ਹੈ ਨਾ। ਪੱਥਰ ਦੇਖੀਏ ਪੈਰੇ ਦੇ ਵਿੱਚ ਪੱਥਰ ਲਿਖਿਆ ਹੋਇਆ ਹੈ, ਗੀਟਿਆਂ ਪੱਥਰਾਂ ਦਾ। ਠੀਕ ਹੈ, ਤਾਂ ਇੱਥੇ ਮੇਬੀ ਗਲਤੀ ਨਾਲ ਮਿਸਟੇਕ ਹੋ ਗਈ। ਠੀਕ ਹੈ, ਲੀਰਾਂ ਗੀਟੇ ਤੇ ਪੱਥਰ ਕਿਸ ਦੇ ਪ੍ਰਤੀਕ ਨੇ, ਤਾਂ ਇਹ ਵਹਿਮਾਂ ਭਰਮਾਂ ਦੇ ਪ੍ਰਤੀਕ ਨੇ। ਆਪਸ਼ਨ ਥਰਡ ਰਾਈਟ ਆਨਸਰ ਹੋ ਗਿਆ। ਇਸ ਕਵਿਤਾ ਵਿੱਚ ਕਿਹੋ ਜਿਹਾ ਭਾਵ ਉਪਜਦਾ, ਇਹਦੇ ਵਿੱਚ ਕਿਸ ਤਰ੍ਹਾਂ ਦਾ ਭਾਵ ਜਿਹੜਾ ਉਪਜਦਾ, ਤਣਾਅ ਭਰਿਆ। ਠੀਕ ਹੈ, ਆਪਸ਼ਨ ਫਸਟ ਸਾਡਾ ਰਾਈਟ ਆਨਸਰ ਹੋ ਗਿਆ। ਇਸ ਤੋਂ ਬਾਅਦ ਹੈ ਇਹ ਮਤਲਬ ਇਸ ਤਰ੍ਹਾਂ ਦੇ ਕੁਐਸਚਨਾਂ ਦੇ ਆਨਸਰ ਤੁਹਾਨੂੰ ਪੈਰੇ ਦੇ ਵਿੱਚ ਨਜ਼ਰ ਮਾਰਨੀ ਪਵੇਗੀ, ਫਿਰ ਉੱਥੇ ਤੋਂ ਫੀਲ ਹੋਏਗਾ ਤੁਹਾਨੂੰ। ਠੀਕ ਹੈ, ਇਸ ਤੋਂ ਬਾਅਦ ਹੈ ਜੀ ਇਸ ਕਾਵਿ ਟੁਕੜੀ ਦਾ ਸਿਰਲੇਖ ਕੀ ਹੋ ਸਕਦਾ ਹੈ। ਸਿਰਲੇਖ ਵੈਸੇ ਤਾਂ ਦੇਖੋ ਕਵਿਤਾ ਦਾ ਸਿਰਲੇਖ ਲੱਭਣਾ ਐਵੇਂ ਨਹੀਂ ਲੱਭਿਆ ਜਾਂਦਾ ਹੁੰਦਾ, ਉਹ ਖਾਸ ਸਿਰਲੇਖ ਜੋ ਰਾਈਟਰ ਨੇ ਦਿੱਤਾ ਹੁੰਦਾ ਉਹੀ ਦੇਖਣਾ ਹੁੰਦਾ ਹੈ ਨਾ। ਵਾਰਤਕ ਵਾਲੇ ਪੈਰੇ ਤੇ ਤਾਂ ਆਪਾਂ ਈਜ਼ੀਲੀ ਲੱਭ ਸਕਦੇ ਹਾਂ। ਵੈਸੇ ਸ਼ੁਰੂ ਦੇ ਵਿੱਚ ਦੇਖੋ ਵੀ ਕੀ ਗੱਲ ਕੀਤੀ ਗਈ ਹੈ। ਸ਼ੁਰੂ ਦੇ ਵਿੱਚ ਗੱਲ ਕੀਤੀ ਗਈ ਹੈ ਇਹਨਾਂ ਨੇ ਖਣਗਾਹੀ ਦੀਵਾ ਬਾਲਦੀ ਏ, ਕੀ ਲੋਚਦੀ ਏ ਕੀ ਭਾਲਦੀ ਏ। ਇਹ ਮਤਲਬ ਪਹਿਲੀ ਲਾਈਨ ਨੂੰ ਹੀ ਆਪਾਂ ਸਿਰਲੇਖ ਦੇ ਰੂਪ ਵਿੱਚ ਇੱਥੇ ਵਰਤ ਲਵਾਂਗੇ। ਠੀਕ ਹੈ ਜੀ, ਖਣਗਾਹੀ ਦੀਵਾ ਬਾਲਦੀ ਏ। ਠੀਕ ਹੈ, ਇਹ ਸਾਡਾ ਰਾਈਟ ਆਨਸਰ ਇਸ ਦੇ ਵਿੱਚ ਹੋ ਜਾਵੇਗਾ। ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੀ ਉਜਾੜ ਸ਼ਬਦ। ਜਿਵੇਂ ਹੁਣ ਇਹ ਉਜਾੜ ਸ਼ਬਦ ਹੈ, ਹੁਣ ਇਹ ਡਾਇਰੈਕਟ ਗ੍ਰਾਮਰ ਬੇਸਡ ਕੁਐਸਚਨ ਆ ਗਿਆ। ਠੀਕ ਹੈ, ਉਜਾੜ ਦਾ ਅਰਥ ਕੀ ਹੋਏਗਾ, ਆਬਾਦ ਹੋਣਾ। ਠੀਕ ਹੈ, ਹੁਣ ਉਜਾੜ ਦਾ ਮਤਲਬ ਜਿਹੜੀ ਚੀਜ਼ ਉਜੜ ਗਈ, ਖਤਮ ਹੋ ਗਈ। ਆਬਾਦ ਮਤਲਬ ਉਹ ਦੁਬਾਰਾ ਖੁਸ਼ਹਾਲ ਬਹਾਲ ਹੋ ਗਈ ਹੈ ਨਾ, ਆਬਾਦ। ਆਪਸ਼ਨ ਸੈਕੰਡ ਸਾਡਾ ਇਸ ਤੇ ਰਾਈਟ ਆਨਸਰ ਦੋਸਤੋ ਹੋ ਜਾਵੇਗਾ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ। 105 ਨੰਬਰ ਕੁਐਸਚਨ, ਖਣਗਾਹ ਉੱਪਰ ਦੀਵਾ ਕੌਣ ਬਾਲ ਰਿਹਾ ਹੈ, ਕੌਣ ਬਾਲਦੀ ਹੈ, ਮੁਟਿਆਰ ਬਾਲਦੀ ਹੈ। ਆਪਸ਼ਨ ਸੈਕੰਡ ਸਾਡਾ ਇਸ ਤੇ ਰਾਈਟ ਆਨਸਰ ਹੋ ਜਾਵੇਗਾ। ਇਸ ਤਰੀਕੇ ਨਾਲ ਦੋਸਤੋ ਆਪਾਂ ਨੇ 91 ਤੋਂ ਲੈ ਕੇ 105 ਤੱਕ ਦੇ ਜਿਹੜੇ ਇਹ 15 ਕੁਐਸਚਨ ਸੀ ਦੋ ਪੈਰਿਆਂ ਦੇ ਵਿੱਚੋਂ ਲੱਭ ਕੇ ਕੀਤੇ ਨੇ। ਠੀਕ ਹੈ, 15 ਨੰਬਰ ਇਸ ਤਰ੍ਹਾਂ ਬਣਦੇ ਹੁੰਦੇ ਨੇ। ਤੇ ਬਾਕੀ ਜਿੱਥੋਂ ਤੱਕ ਰਹੀ ਗੱਲ, ਹੁਣ ਆਪਾਂ ਪੈਡਾਗੋਜੀ ਤੇ ਚੱਲਦੇ ਹਾਂ। 106 ਨੰਬਰ ਪ੍ਰਸ਼ਨ ਨੂੰ ਡਿਸਕਸ ਕਰਦੇ ਹਾਂ। ਤਾਂ 106 ਨੰਬਰ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਜੀ, ਮਾਂ ਬੋਲੀ ਆਧਾਰਿਤ ਬਹੁਭਾਸ਼ਾਵਾਦ ਕੀ ਹੈ। ਆ ਗਈਆਂ ਕਲਾਸਾਂ ਯਾਦ, ਫਿਰ ਬਹੁਭਾਸ਼ਾਵਾਦ ਦੱਸਿਆ ਸੀ ਨਾ ਕਿ ਇਹ ਵੀ ਬਹੁਤੀਆਂ ਭਾਸ਼ਾਵਾਂ ਦਾ ਗਿਆਨ ਲੈਣਾ। ਠੀਕ ਹੈ, ਪਰ ਨਾਲ ਕੀ ਕਰਨਾ, ਆਪਾਂ ਨੇ ਮਾਤ ਭਾਸ਼ਾ ਦਾ ਗਿਆਨ ਵੀ ਲੈਣਾ ਹੈ। ਪਹਿਲਾਂ ਮਾਂ ਬੋਲੀ ਸਿੱਖ ਕੇ ਹੌਲੀ ਹੌਲੀ ਹੋਰ ਭਾਸ਼ਾਵਾਂ ਸਿੱਖਣੀਆਂ, ਇਹ ਕਿ ਬਹੁਭਾਸ਼ਾਵਾਦ ਹੈ। ਠੀਕ ਹੈ, ਬਹੁਭਾਸ਼ਾਵਾਦ ਦੇ ਨਾਲ ਇੱਕ ਕੁਐਸਚਨ ਅੱਗੇ ਮੇ ਵੀ ਹੋਰ ਵੀ ਆਏਗਾ ਇਸ ਕੁਐਸਚਨ ਦੇ ਇਸ ਪੇਪਰ ਦੇ ਵਿੱਚ। ਠੀਕ ਹੈ, ਉਹ ਵੀ ਆਪਾਂ ਅੱਗੇ ਡਿਸਕਸ ਕਰਾਂਗੇ। 107 ਨੰਬਰ ਪ੍ਰਸ਼ਨ ਹੈ ਜੀ, ਸਕੂਲ ਸਿੱਖਿਆ ਨੀਤੀ ਵਿੱਚ ਭਾਸ਼ਾ ਡੈਸ਼ ਵਜੋਂ ਜਾਣੀ ਜਾਂਦੀ ਹੈ। ਆਇਆ ਕਿ ਨਾ, ਯਾਦ ਆਇਆ। ਥਰੀ ਲੈਂਗੁਏਜ ਫਾਰਮੂਲੇ ਦੀ ਗੱਲ ਕੀਤੀ ਸੀ ਆਪਾਂ ਨੇ, ਉਹੀ ਇਹ ਕੋਠਾਰੀ ਕਮਿਸ਼ਨ ਹੋਇਆ, ਰਾਸ਼ਟਰੀ ਸਿੱਖਿਆ ਨੀਤੀ ਹੋਈ, ਇਹ ਰਿਕਮੈਂਡ ਕਰਦੇ ਨੇ ਹੈ ਨਾ। ਭਾਸ਼ਾ ਤ੍ਰੈ ਭਾਸ਼ਾਈ ਫਾਰਮੂਲਾ, ਤ੍ਰੈ ਮਤਲਬ ਤਿੰਨ, ਹੈ ਤਿੰਨ ਭਾਸ਼ਾਵਾਂ ਦਾ ਫਾਰਮੂਲਾ, ਫਸਟ ਸੈਕਿੰਡ ਥਰਡ, ਤਿੰਨ ਭਾਸ਼ਾਵਾਂ ਪੜ੍ਹਨੀਆਂ ਰਿਕਮੈਂਡ ਕੀਤੀਆਂ ਸੀ ਕਿਹਨੇ, ਕੋਠਾਰੀ ਕਮਿਸ਼ਨ ਤੇ ਸਿੱਖਿਆ ਨੀਤੀ ਨੇ। ਠੀਕ ਹੈ ਜੀ, ਇਸ ਤੋਂ ਬਾਅਦ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਆਪਣੇ ਕੋਲ ਹੈ ਜੀ, ਸੰਪੂਰਨ ਭਾਸ਼ਾਈ ਪਹੁੰਚ ਹੈ। ਸੰਪੂਰਨ ਭਾਸ਼ਾਈ ਪਹੁੰਚ ਕੀ ਹੈ, ਇੱਕ ਧਾਰਨਾ ਕਿ ਸਿਖਿਆਰਥੀ ਭਾਸ਼ਾ ਦੇ ਹਿੱਸਿਆਂ ਤੋਂ ਭਾਸ਼ਾ ਸਿੱਖਦੇ ਹਨ ਅਤੇ ਧੁਨੀਆਂ ਤੇ ਅੱਖਰਾਂ ਵਰਗੀਆਂ ਛੋਟੀਆਂ ਇਕਾਈਆਂ ਨੂੰ ਸਮਝਦੇ ਹਨ। ਹੁਣ ਛੋਟੀਆਂ ਛੋਟੀਆਂ ਇਕਾਈਆਂ ਨੂੰ ਵੀ ਸਮਝ ਲੈਣਾ ਸੰਪੂਰਨਤਾ ਹੈ। ਸੰਪੂਰਨਤਾ ਦਾ ਅਰਥ ਕਿ ਪੂਰੀ ਤਰ੍ਹਾਂ ਭਾਸ਼ਾ ਨੂੰ ਪੂਰੀ ਤਰ੍ਹਾਂ ਕਦੋਂ ਸਮਝਿਆ ਜਾਊਗਾ, ਜਦੋਂ ਆਪਾਂ ਛੋਟੀਆਂ ਤੋਂ ਛੋਟੀਆਂ ਜਿਹੜੀਆਂ ਮਤਲਬ ਇਕਾਈਆਂ ਨੇ ਇਹਨਾਂ ਨੂੰ ਵੀ ਸਮਝ ਲਵਾਂਗੇ। ਠੀਕ ਹੈ ਜੀ, ਆਪਸ਼ਨ ਸੈਕੰਡ ਸਾਡਾ ਇਸ ਤੇ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ 109 ਨੰਬਰ ਪ੍ਰਸ਼ਨ ਤੇ ਚੱਲਦੇ ਹਾਂ ਜੀ ਆਪਾਂ। ਭਾਸ਼ਾ ਪੜ੍ਹਾਉਣ ਦੀ ਕਿਹੜੀ ਪਹੁੰਚ ਨੂੰ ਭਾਸ਼ਾ ਸਿਖਲਾਈ ਦੇ ਇੱਕ ਮੈਮੋਰਾਈਜੇਸ਼ਨ
ठीक है जी, वजों मानता दी जाती है। हुण इत्थे मैमोराइज करना मतलब याद करना या हो गया कुछ मैमरी च रट लेना, रट्टा लगाना हो गया मैमोराइजेशन। तुहानूं एक दस्सिया सी मैं ग्रामर ट्रांसलेशन मैथड दस्सिया सी ना, उही चीज़ होगी व्याकरणिक अनुवाद का ढंग जिहड़ा यही है ना ग्रामर ट्रांसलेशन मैथड है, वो एक तरह रट्टा लगाना ही तो है, मैमोराइज करन ते उत्ते बेसड ही तो है ना, कोई चीज़ नूं मैमोराइज करना एक नैगेटिव जिहा वर्ड आ जाता है मैमोराइज करना। तो ग्रामर ट्रांसलेशन मैथड यही तो किया जाता, आप कह दें भी ये शब्द का अर्थ यही है जी, जे मैं तुहानूं कहता भी पहुँच शब्द का अर्थ अप्रोच होंदा है, पहुँच का अर्थ अप्रोच होंदा है, पहुँच का अर्थ अप्रोच होंदा, तुसीं इस चीज़ नूं याद कर रहे हो बारी बारी, मैं तुहानूं जदों ट्रांसलेट करके दसता। ठीक है, धन्नवाद ही एक मतलब मैमोराइज करने वाला तरीका ही है। इस तो बाद आप 110 नंबर क्वेश्चन पर चलते हैं जी। 110 पहला नाल दी नाल इधरले पढ़ी जाने हैं। ठीक है, नंबरिंग तो की लैना अपनी। तो देखो जी 112 नंबर क्वेश्चन डिस्कस करते हैं। बोलते समय ठीक उचारण नाल योग क्रम विच ठीक शब्दां दी वरतों की है यह। बोलते समय उचारण दे नाल भी जिहड़ी चीज़ का उचारण कर रहे हैं बोल रहे हैं, योग क्रम विच क्रम की गल है भी सही करने ठीक शब्दावली की वरतों करनी अपनी। तो की यह बॉडी लैंगुएज तो है नहीं, बॉडी लैंगुएज के अपना शरीर भी शामिल होगा बोलने के नाल है ना, भाषाई कारस भी ना होया। इस तो बाद भाषा वरतों भाषाई भी कोई गल ना बनी, तो अपने को एक ऑप्शन बेस्ट हैगी बोलने का की यह जंतर विज्ञान है। ठीक है, भी आप की कर रहे हैं भी सही क्रम के शब्दों की ठीक वरतों कर रहे हैं। इस तो बाद है जी कहानी सुनाउण नूं एक ज्ञान के संद वजों वरत्या जांदा है। हुण इत्थे संद अर्थ की हैगा टूल, लैंगुएज एज ए टूल डिस्कस किया सी ना अपनी। तो कहानी सुनाउण नूं कदों वरत्या जांदा है दसो जी। कहानी सुनाउण दे नाल सुनन गतिविधि विच बच्चों नूं रसाउण लई बच्चों नूं भी वो बिजी हो जाण, उन्होंने सेम इज रखना नैगेटिव पॉइंट है, ये कट दिया करो। एक अनुशासन बनाई रखना नैगेटिव पॉइंट ने। हुण कहता भी बच्चों को काम दिता जा रहा ताकि वह अनुशासन बने रहे, बच्चे कहानी सुनाई जा रही ताकि अनुशासन बने रहे, नैगेटिव पॉइंट हो जाता है। ठीक है, तो एक भी बच्चों रुझे रखना अपने रुझा के रखना भी कामों च ला के रखना, भी नैगेटिव पॉइंट हो जाता है। तो बाकी जो ऑप्शन बचदियां ने अपने को इन्हां नूं देखते हैं। बच्चों के सुनन कौशल के विकास लई, भाषा ते ज्ञान कौशलों के विकास लई। हुण इत्थे सुनन कौशल वाली भी ऑप्शन सही हो सकती सी, पर इस तो भी बेस्ट ऑप्शन अपने कोल की पई है कि भाषा ते ज्ञान कौशलों के विकास लई, क्योंकि इत्थे सब चीज़ां कवर हो गई। जदों भाषा के कौशल ज्ञान कौशलों की गल आ गई तो इहदे च सारे ही कौशल विकसित हो गए। सुनन कौशल तो भी बेस्ट ऑप्शन अपने कोल की पई है जी थर्ड ऑप्शन। वैसे सैकंड भी कोई बड़ी गलत ऑप्शन है नहीं सी, पर अपने सब तो बेस्ट चुननी होंदी है। ठीक है जी, भी कहानी सुनाउण एक ज्ञान के संद वजों वरतों कदों वरत्या जाता है। ठीक है, जो अपने उसके ज्ञान के कौशलों का विकास करना हो। एक इधर क्वेश्चन रह गया 110 नंबर क्वेश्चन। कविता भाषा के अध्यापक है। हुण इत्थे कविता लिख के ही उलझाता, कविता का अर्थ इत्थे पोइम नहीं है गया, कविता की एक अध्यापक का नाम है, समझ गए। कविता की है कहते भाषा के अध्यापक है वह अपने सिख्यार्थियों नूं वक्खो वक्खरे विषय अनुसार शब्द चुन लई आखदी है, अजिहे शब्द मुहैया करती है, आना जिवें भी है ना, मुहैया करती है जो अगे जो शब्द के अगे या पिछे लग सकते हैं। इस विधि नूं की कहा जाएगा? तो दसो जी इस विधि नूं की कहोगे उसी? इस विधि नूं असीं कहांगे तरतीब या क्रम विधि। ठीक है जी, ऑप्शन फर्स्ट साडा इस ते राइट आंसर हो जाएगा। एक अध्यापक अपने सिख्यार्थियों की भाषाई समर्था की परख लई एक प्रश्न दिंदा है, वो पैरे विच हर पंजवां शब्द छड्ड के उसनूं छुट गया शब्द पूरा करने लई कहंदा है, तो परख दे इस तरीके नूं की कहोगे? देखो ये पता की है, मतलब कि एक पैरा लिखता बोर्ड ते ਉਹਦੇ ਚ कुछ खाली ਥਾਵਾਂ ਛੱਡਤੀਆਂ। ठीक है, ਹੁਣ ਉਹ ਖਾਲੀ ਥਾਵਾਂ ਦੇ ਵਿੱਚ ਆਪਦੀ ਮਰਜ਼ੀ ਨਾਲ ਤਾਂ ਸ਼ਬਦ ਭਰ ਸਕਦਾ ਬੱਚਾ, ਉਹਨੂੰ ਸਪੈਸ਼ਲ ਉਹ ਹੀ ਸ਼ਬਦ ਭਰਨਾ ਪਏਗਾ ਜਿਹੜਾ ਸ਼ਬਦ ਟੀਚਰ ਨੇ ਛੱਡੇ ਹੈ। मतलब एक खास शब्द ये क्योंकि एक क्लोज टेस्ट हो गया, ओपन एंड टेस्ट नहीं है, ये क्लोज टेस्ट है। ठीक है, भी फिक्स शब्द नूं ही पुट करना पएगा, उस तेज भरना पवेगा जो शब्द फिक्स है। ठीक है, इस करके ही की हो जाएगा जी अपने को क्लोज टेस्ट होएगा। इस तो बाद आप डिस्कस करते हैं जी 114 नंबर क्वेश्चन। प्रसंग विच व्याकरण का अर्थ, मतलब कि व्याकरण प्रसंग के अनुसार व्याकरण पढ़नी किवें, की अर्थ होगा इसका? ड्रिल ते अभ्यास राही व्याकरण पढ़नी। एक दोस्त ने शायद कमेंट बॉक्स के पूछा भी सी जो अपने मतलब भाषा के नियमों डिस्कस किया, ड्रिल ते अभ्यास विधि यानी कि ड्रिल एंड प्रैक्टिस मैथड अपन डिस्कस किया। ठीक है, कहते सर ड्रिल जो नैगेटिव है, इदा कुछ मतलब गल की किसी ने कमेंट बॉक्स
ਤਾਂ ਉਹ ਗੱਲ ਚਲੋ ਸਹੀ ਸੀ। ਹਾਂ ਆਪਾਂ ਡਰਿਲ ਨੂੰ ਵੀ ਡਰਿਲ ਕਰਨਾ, ਵਾਰੀ-ਵਾਰੀ ਚੀਜ਼ ਨੂੰ ਰਟਾ ਕੇ ਦੇਣਾ, ਉਹ ਡਰਿਲ ਹੈ ਵੀ ਇਹਨੂੰ ਇੰਨਾ ਪੋਜ਼ਿਟਿਵਲੀ ਆਪਾਂ ਨਹੀਂ ਲੈਂਦੇ, ਨੈਗੇਟਿਵ ਦੇ ਵਿੱਚ ਹੀ ਇਹ ਚੀਜ਼ ਕੰਸੀਡਰ ਹੁੰਦੀ ਹੈ। ਪਰ ਇਹਨੂੰ ਆਪਾਂ ਨੇ ਪ੍ਰਿੰਸੀਪਲ 'ਚ ਕੰਸੀਡਰ ਕੀਤਾ ਸੀ। ਪ੍ਰਿੰਸੀਪਲ ਤਾਂ ਹੈਗੇ ਹੀ ਹੈ, ਵਰਤਦੇ ਤਾਂ ਆਪਾਂ ਹੈਗੇ ਆ ਨਾ, ਨੈਗੇਟਿਵ ਪੋਜ਼ਿਟਿਵ ਤਾਂ ਬਾਅਦ ਦੀ ਗੱਲ ਹੈ ਵੀ ਇੱਕ ਪ੍ਰਿੰਸੀਪਲ ਹੈਗੇ, ਆਪਾਂ ਨੇ ਐਜ਼ ਏ ਪ੍ਰਿੰਸੀਪਲ ਇਹਨੂੰ ਡਿਸਕਸ ਕੀਤਾ ਸੀ। ਠੀਕ ਹੈ ਜੀ। ਤਾਂ ਆਪਾਂ ਅੱਜ ਪ੍ਰਸੰਗ ਦੇ ਰੂਪ ਵਿੱਚ ਸਮਝਦੇ ਹਾਂ। ਤਾਂ ਪ੍ਰਸੰਗ ਦਾ ਅਰਥ ਕੀ ਹੋਏਗਾ ਕਿ ਪ੍ਰਕਿਰਤਿਕ ਭਾਸ਼ਾ ਦੀਆਂ ਉਦਾਹਰਨਾਂ ਤੋਂ ਸਿਖਲਾਈ ਲੈਣੀ, ਜਿਨ੍ਹਾਂ ਵਿੱਚ ਇਹਨਾਂ ਦੇ ਰੂਪ ਦਾ ਧਿਆਨ ਰੱਖ ਕੇ ਸੰਦਰਭ ਵਿੱਚ ਪੜ੍ਹਾਈ ਕੀਤੀ ਜਾਂਦੀ ਹੈ। ਤਾਂ ਆਪਣੇ ਕੋਲ ਥਰਡ ਆਪਸ਼ਨ ਸਭ ਤੋਂ ਬੈਸਟ ਆਪਸ਼ਨ ਹੋਏਗਾ ਜੀ ਕਿ ਸੰਦਰਭ ਦੇ ਵਿੱਚ ਪੜ੍ਹਾਈ ਕਰਨਾ। ਠੀਕ ਹੈ, ਮਤਲਬ ਜਿਹੜੀਆਂ ਉਦਾਹਰਨਾਂ ਨੇ ਉਹ ਪ੍ਰਕਿਰਤਿਕ ਭਾਸ਼ਾ ਦੀਆਂ ਹੋਣ। ਠੀਕ ਹੈ, ਇਹ ਕੀ ਹੈ, ਸੰਦਰਭ ਦੇ ਵਿੱਚ ਮਤਲਬ ਕੰਟੈਕਸਟ ਦੇ ਵਿੱਚ, ਹਨਾ, ਗ੍ਰਾਮਰ ਇਨ ਕੰਟੈਕਸਟ, ਮਤਲਬ ਕਿ ਪ੍ਰਸੰਗ ਦੇ ਵਿੱਚ ਵਿਆਕਰਨ ਦਾ ਇਹ ਅਰਥ ਹੋਏਗਾ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ 15 ਨੰਬਰ ਪ੍ਰਸ਼ਨ ਡਿਸਕਸ ਕਰਦੇ ਹਾਂ ਜੀ। 115 ਹੇਠ ਲਿਖਿਆਂ ਵਿੱਚੋਂ ਕਿਹੜਾ ਲੇਖਣ ਕੌਸ਼ਲ ਦਾ ਅਧਿਐਨ ਨਹੀਂ ਹੈ? ਲਿਖਣ ਕੌਸ਼ਲ ਲੈਕਚਰਾਂ ਤੋਂ ਨੋਟ ਕਰਨਾ, ਜਿਵੇਂ ਹੁਣ ਤੁਸੀਂ ਲੈਕਚਰ ਸੁਣ ਰਹੇ ਹੋ, ਨੋਟ ਕਰ ਰਹੇ ਹੋ, ਲਿਖਣ ਕੌਸ਼ਲ ਹੈ, ਕੋਈ ਦਿੱਕਤ ਨਹੀਂ। ਪੜ੍ਹਦੇ ਸਮੇਂ ਨੋਟ ਕਰਨਾ ਮਤਲਬ ਲਿਖਣ ਕੌਸ਼ਲ ਹੋਏਗਾ। ਸਾਰ ਲਿਖਣਾ ਵੀ ਲਿਖਣ ਕੌਸ਼ਲ ਹੈ। ਇੱਕ ਪ੍ਰੋਗਰਾਮ ਲਈ ਕਾਰਜ ਸੂਚੀ ਤਿਆਰ ਕਰਨੀ, ਕਾਰਜ ਸੂਚੀ ਤਿਆਰ ਕਰਨੀ ਨੂੰ ਨਹੀਂ ਆਪਾਂ ਮਤਲਬ ਇਹਨਾਂ ਲਿਖਣ ਕੌਸ਼ਲ ਦੇ ਵਿੱਚ ਗਿਣਦੇ। ਠੀਕ ਹੈ, ਤਾਂ ਜਸਟ ਇੱਕ ਵੈਸੇ ਵਰਕ ਹੈ ਨਾ, ਤਾਂ ਇਹਨੂੰ ਆਪਾਂ ਕੌਸ਼ਲ ਦਾ ਅਧਿਐਨ ਦੇ ਵਿੱਚ ਨਹੀਂ ਸ਼ਾਮਲ ਕਰਾਂਗੇ। ਫੋਰਥ ਆਪਸ਼ਨ ਸਾਡਾ ਰਾਈਟ ਆਨਸਰ ਇਸ ਦੇ ਵਿੱਚ ਹੋ ਜਾਵੇਗਾ। ਭਾਸ਼ਾ ਦੇ ਪਹਿਲੇ ਵਿਕਾਸ ਨੂੰ ਆਮ ਤੌਰ ਤੇ ਕਿਹਾ ਜਾਂਦਾ ਹੈ। ਭਾਸ਼ਾ ਦੇ ਪਹਿਲੇ ਵਿਕਾਸ ਨੂੰ ਕੀ ਕਹਾਂਗੇ ਆਪਾਂ, ਦੱਸੋ ਜੀ। ਜਿਹੜਾ ਪਹਿਲਾ ਵਿਕਾਸ ਹੈ ਉਸ ਨੂੰ ਆਪਾਂ ਪ੍ਰਾਪਤੀ ਕਹਾਂਗੇ। ਆਪਸ਼ਨ ਸੈਕੰਡ ਸਾਡਾ ਇਸ ਤੇ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ 116 ਨੰਬਰ ਪ੍ਰਸ਼ਨ। ਆਪਾਂ ਡਾਇਰੈਕਟ ਪੜ੍ਹਦੇ ਆ ਰਹੇ ਹਾਂ, ਉੱਪਰ ਹੀ ਕੁਐਸਚਨ ਦੀ ਨੰਬਰਿੰਗ ਅੱਗੇ ਪਿੱਛੇ ਹੋਏਗੀ, ਟੈਨਸ਼ਨ ਲਿਓ। ਪਾਠ ਪੁਸਤਕਾਂ ਦੇ ਲੇਖਕ ਹਮੇਸ਼ਾ ਅਸਲੀ ਲੇਖਕਾਂ ਵੱਲੋਂ ਲਿਖੇ ਪਾਠ, ਕਵਿਤਾਵਾਂ, ਬਿਰਤਾਂਤ ਤੇ ਅਖਬਾਰਾਂ ਤੇ ਰਸਾਲਿਆਂ ਆਦਿ ਵਿੱਚ ਮੌਲਿਕ ਲਿਖਤਾਂ ਸ਼ਾਮਲ ਕਰਦੇ ਨੇ। ਪਾਠ ਪੁਸਤਕਾਂ ਦੇ ਲੇਖਕ ਮਤਲਬ ਜਿਵੇਂ ਹੁਣ ਕਿਸੇ ਨੇ 6ਵੀਂ ਜਮਾਤ ਦੀ ਕਿਤਾਬ ਤਿਆਰ ਕੀਤੀ ਪੰਜਾਬੀ ਦੀ, ਕਿਸੇ ਨੇ 7ਵੀਂ ਜਮਾਤ ਦੀ ਪੰਜਾਬੀ ਦੀ ਕਿਤਾਬ ਤਿਆਰ ਕੀਤੀ, ਤਾਂ ਉਹ ਕਹਿੰਦੇ ਵੀ ਉਸ ਦੇ ਵਿੱਚ ਜਿਹੜੇ ਅਸਲੀ ਲੇਖਕ ਨੇ, ਅਸਲੀ ਦਾ ਮਤਲਬ ਵੀ ਸੱਚੀ ਮੁੱਚੀ ਉਹ ਲੇਖਕ ਸੀ। ਜਿਵੇਂ ਸ਼ਿਵ ਕੁਮਾਰ ਬਟਾਲਵੀ ਦੀ ਕੋਈ ਕਵਿਤਾ ਐਡ ਕਰਤੀ, ਹਨਾ, ਅੰਮ੍ਰਿਤਾ ਪ੍ਰੀਤਮ ਦੀ ਕੋਈ ਕਵਿਤਾ ਐਡ ਕਰਤੀ, ਹਨਾ, ਤਾਂ ਵੀ ਉਹ ਕਹਿੰਦੇ ਅਸਲੀ ਲੇਖਕਾਂ ਦੀਆਂ ਰਚਨਾਵਾਂ ਨੂੰ ਹੀ ਕਿਉਂ ਸ਼ਾਮਲ ਕਰਦੇ ਨੇ? ਮੌਲਿਕ ਉਹਨਾਂ ਦੀ ਨੇ ਮੌਲਿਕ ਲਿਖਤਾਂ ਨੇ, ਉਹਨਾਂ ਨੂੰ ਹੀ ਸ਼ਾਮਲ ਕਿਉਂ ਕਰਦੇ ਨੇ? ਕਿਉਂਕਿ ਇਹ ਪਰਿਮਾਣਿਕ ਨੇ। ਸਿੰਪਲ ਜੀ, ਕਾਮਨ ਸੈਂਸ ਹੈ ਵੀ ਪਰਿਮਾਣਿਕ ਨੇ ਇਹ। ਉਹੀ ਤਾਂ ਨਹੀਂ ਹੈਗਾ ਵੀ ਚੱਕ ਕੇ ਕਿਸੇ ਲਾਦਰੂ ਬਹਾਦਰੂ ਦੀਆਂ WhatsApp ਤੇ ਕਵਿਤਾ ਆ ਰਹੀ ਸੀ, ਚੱਕ ਕੇ ਕਵਿਤਾ ਵਿੱਚ ਛਾਪ ਦੀ ਕਿਤਾਬ 'ਚ, ਇੱਦਾਂ ਨਹੀਂ ਹੁੰਦਾ। ਠੀਕ ਹੈ, ਉਹ ਅਸਲੀ ਲੇਖਕਾਂ ਦੀਆਂ ਹੀ ਕਿਉਂ ਲੈਂਦੇ ਆ? ਕਿਉਂਕਿ ਉਹ ਪਰਿਮਾਣਿਕ ਨੇ, ਪ੍ਰਕਿਰਤਿਕ ਭਾਸ਼ਾਵਾਂ ਉਸ ਦੇ 'ਚ ਸ਼ਾਮਲ ਨੇ। ਠੀਕ ਹੈ, ਮਤਲਬ ਉਹਨਾਂ ਦਾ ਕੋਈ ਤਜਰਬਾ ਸੀ, ਉਹਨਾਂ ਨੇ ਫੇਰ ਲਿਖੀ ਨਾ, ਫਿਰ ਤਾਂ ਹੀ ਉਹ ਅਸਲੀ ਲੇਖਕਾਂ ਦੀਆਂ ਰਚਨਾਵਾਂ ਵਿੱਚ ਲੈਂਦੇ ਨੇ। ਠੀਕ ਹੈ ਜੀ। ਇਸ ਤੋਂ ਬਾਅਦ ਨੈਕਸਟ ਕੁਐਸਚਨ ਪੜ੍ਹਦੇ ਹਾਂ ਆਪਾਂ। ਪਹਿਲੀ ਜਮਾਤ ਦੇ ਇੱਕ ਅਧਿਆਪਕ ਕੋਲ ਅਜਿਹੇ ਬੱਚੇ ਜਾਂ ਸਿਖਿਆਰਥੀ ਹਨ ਜਿਨ੍ਹਾਂ ਦੀ ਮਾਂ ਬੋਲੀ ਵੱਖੋ ਵੱਖਰੀ ਹੈ। ਠੀਕ ਹੈ ਜੀ। ਉਹ ਆਪਣੇ ਸਿਖਿਆਰਥੀਆਂ ਨੂੰ ਜਮਾਤ ਵਿੱਚ ਵਾਰੀ-ਵਾਰੀ ਕਲਾਸ ਸਾਰੀਆਂ ਭਾਸ਼ਾਵਾਂ ਵਿੱਚ ਨਮਸਕਾਰ ਬੁਲਾਉਣ ਲਈ ਕਹਿੰਦਾ ਹੈ। ਮਤਲਬ ਇੱਕ ਅਧਿਆਪਕ ਹੈ, ਠੀਕ ਹੈ, ਤੇ ਉਸ ਦੇ ਵਿੱਚ ਕਲਾਸ ਜਿਹੜੇ ਬੱਚੇ ਨੇ ਅਲੱਗ-ਅਲੱਗ ਭਾਸ਼ਾਵਾਂ ਦੇ ਨੇ। ਕੀ ਗੱਲ ਹੋ ਗਈ, ਮੱਥਾ ਠਣ ਗਿਆ ਤੁਹਾਡਾ ਜਦੋਂ ਮੈਂ ਇਹ ਗੱਲ ਕਹੀ ਵੀ ਇੱਕ ਕਲਾਸ ਹੈ ਉਹਦੇ 'ਚ ਅਲੱਗ-ਅਲੱਗ ਭਾਸ਼ਾਵਾਂ ਦੇ ਵਿਦਿਆਰਥੀ ਨੇ? ਕੀ ਹੋ ਗਿਆ, ਮਲਟੀਲਿੰਗੁਇਜ਼ਮ ਹੋ ਗਿਆ ਜਾਂ ਨਹੀਂ, ਬਹੁ ਭਾਸ਼ਾਵਾਦ ਹੋ ਗਿਆ। ਠੀਕ ਹੈ, ਤਾਂ ਇਸ ਤੋਂ ਬਾਅਦ ਆਪਾਂ ਕਹਿੰਦੇ ਉਹ ਕਹਿੰਦੇ ਵੀ ਅਲੱਗ-ਅਲੱਗ 'ਚ ਨਮਸਕਾਰ ਬੁਲਾਓ, ਜਿਵੇਂ ਪੰਜਾਬੀ 'ਚ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬੁਲਾਓ ਜੀ। ਠੀਕ ਹੈ, ਤੇ ਵੀ ਇੰਗਲਿਸ਼ 'ਚ ਗੁੱਡ ਮਾਰਨਿੰਗ ਕਹਿਤਾ, ਹਨਾ, ਹਿੰਦੀ ਵਾਲੇ ਨੇ ਨਮਸਕਾਰ ਕਹਿਤਾ। ਇੱਦਾਂ ਅਲੱਗ-ਅਲੱਗ ਤਰੀਕੇ ਨਾਲ ਨਮਸਕਾਰ ਬੇਸ਼ੱਕ ਕਰਨ ਲਈ ਕਹਿੰਦਾ ਹੈਗਾ। ਸਿਖਿਆਰਥੀ ਰੋਜ਼ਾਨਾ ਵੱਖ-ਵੱਖ ਭਾਸ਼ਾਵਾਂ ਦੇ ਕੁਝ ਸ਼ਬਦਾਂ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕਰਦੇ ਨੇ। ਅਧਿਆਪਕ ਇਹਨਾਂ ਵਿੱਚ ਕਿਹੜਾ ਢੰਗ ਅਪਣਾਉਂਦਾ ਹੈ? ਹੁਣ ਅਧਿਆਪਕ ਨੇ ਇੱਥੇ ਪਤਾ ਕੀ ਕੀਤਾ, ਜਮਾਤ ਦੇ ਵਿੱਚ ਬਹੁ ਭਾਸ਼ਾਵਾਦ ਸੀ, ਕੀ ਸੀ, ਮਲਟੀਲਿੰਗੁਇਜ਼ਮ, ਯਾਨੀ ਕਿ ਬਹੁ ਭਾਸ਼ਾਵਾਦ ਸੀ, ਅਲੱਗ-ਅਲੱਗ ਭਾਸ਼ਾਵਾਂ ਬੋਲਣ ਵਾਲੇ ਬੱਚੇ ਸੀ। ਪਰ ਅਧਿਆਪਕ ਨੇ ਇਸ ਨੂੰ ਇੱਕ ਸਾਧਨ ਦੇ ਰੂਪ ਵਿੱਚ ਵਰਤ ਲਿਆ। ਸਮਝ ਗਏ ਆਪਾਂ ਨੇ ਕੀ ਕਿਹਾ ਸੀ? ਬਹੁ ਭਾਸ਼ਾਵਾਦ ਨੂੰ ਅਧਿਆਪਕ ਕੀ ਕਰੇਗਾ, ਪ੍ਰੋਬਲਮ ਨਹੀਂ ਸਮਝਦਾ, ਚੈਲੰਜ ਨਹੀਂ ਅਧਿਆਪਕ ਨੇ ਸਮਝਣਾ, ਉਹਨੂੰ ਇੱਕ ਸਾਧਨ ਦੇ ਰੂਪ ਵਿੱਚ ਉਸ ਦੀ ਵਰਤੋਂ ਕਰਨੀ ਹੈ ਅਧਿਆਪਕ ਨੇ। ਠੀਕ ਹੈ, ਇੱਕ ਸਾਧਨ ਦੇ ਰੂਪ ਵਿੱਚ, ਐਜ਼ ਏ ਅਸੈਟ, ਇੱਕ ਅਸੈਟ ਦੇ ਰੂਪ ਵਿੱਚ ਮਲਟੀਲਿੰਗੁਇਜ਼ਮ ਨੂੰ ਯੂਜ਼ ਕਰਨਾ ਹੈ। ਤਾਂ ਅਧਿਆਪਕ ਨੇ ਇੱਥੇ ਕਿਹੜੀ ਸਕੀਮ ਲਾਈ ਹੈ? ਬਹੁ ਭਾਸ਼ਾਵਾਦ ਨੂੰ ਅਧਿਆਪਕ ਕੀ ਸਮਝ ਰਹੇ, ਇੱਕ ਸਾਧਨ ਵਜੋਂ ਉਸ ਦੀ ਵਰਤੋਂ ਕਰ ਰਹੇ ਹੈ। ਵੀ ਬਹਾਨੇ ਨਾਲ ਬੱਚੇ ਅੰਗਰੇਜ਼ੀ ਸਿੱਖ ਜਾਣਗੇ, ਹਿੰਦੀ ਸਿੱਖ ਜਾਣਗੇ, ਪੰਜਾਬੀ ਸਿੱਖ ਜਾਣਗੇ, ਦਿਮਾਗ ਲਾ ਕੇ ਨਾ ਅਧਿਆਪਕ ਕੋਈ ਸਕੀਮੀ ਸੀ, ਹੈ ਨਾ। ਤਾਂ ਇਸ ਤਰੀਕੇ ਨਾਲ ਤੁਸੀਂ ਨੇ ਸਕੀਮੀ ਅਧਿਆਪਕ ਬਣਨੇਗਾ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ। 117 ਨੰਬਰਿੰਗ ਦੇ ਅਕੋਰਡਿੰਗ ਹੇਠ ਲਿਖਿਆ ਕਾਰਜ ਕਿਹੜਾ ਹੈ? ਅਧਿਆਪਕ ਆਪਣੀ ਗਤੀ ਅਨੁਸਾਰ ਪਾਠ ਪੜ੍ਹਦਾ ਹੈ ਤੇ ਸਮੂਹਾਂ ਵਿੱਚ ਸਿਖਿਆਰਥੀ ਨੁਕਤੇ ਨੋਟ ਕਰਕੇ ਪਾਠ ਦੀ ਪੁਨਰ ਉਸਾਰੀ ਕਰਦੇ ਨੇ।
ਅਧਿਆਪਕ ਪੜ੍ਹ ਰਿਹਾ ਹੈ, ਵਿਦਿਆਰਥੀ ਨੁਕਤੇ ਨੋਟ ਕਰ ਰਹੇ ਨੇ, ਮਤਲਬ ਨਾਲ ਦੀ ਨਾਲ ਲਿਖ ਰਹੇ ਨੇ, ਹਨਾ। ਤਾਂ ਪਾਠ ਦੀ ਪੁਨਰ ਉਸਾਰੀ ਕਰਦੇ ਨੇ। ਉੱਚੀ ਬੋਲ ਕੇ ਲਿਖਿਆ ਜਾਣਾ ਹੋ ਗਿਆ ਇਹ ਵਿਆਕਰਨ, ਡਿਕਟੇਸ਼ਨ ਹੋ ਗਈ, ਸਿੰਪਲ ਜੀ ਗੱਲ ਹੈ, ਬੋਲ ਲਿਖਤ ਕਹਿੰਦੇ ਜਿਹਨੂੰ ਆਪਾਂ। ਬੋਲ ਲਿਖਤ, ਵਿਦਿਆਪਕ ਬੋਲ ਰਹੇ ਹੈ, ਬੱਚੇ ਲਿਖ ਰਹੇ ਨੇ, ਬੋਲ ਲਿਖਤ, ਡਿਕਟੇਸ਼ਨ। ਆਪਸ਼ਨ ਸੈਕੰਡ ਸਾਡਾ ਇਸ ਤੇ ਕੀ ਹੋ ਗਿਆ, ਰਾਈਟ ਆਨਸਰ ਹੋ ਗਿਆ। ਤਾਂ ਇਸ ਦੇ ਵਿੱਚ ਡਿਕਟੇਸ਼ਨ ਇੱਕ ਪੋਜ਼ਿਟਿਵ ਚੀਜ਼ ਹੈ, ਇਹਦੇ ਵਿੱਚ ਬੱਚਿਆਂ ਦੀ ਸੁਣਨ ਸ਼ਕਤੀ ਵੀ ਪਰਖੀ ਜਾ ਰਹੀ ਹੈ, ਲਿਖਣ ਕੌਸ਼ਲ ਵੀ ਪਰਖਿਆ ਜਾ ਰਿਹਾ ਹੈ, ਸੁਣਨ ਕੌਸ਼ਲ ਵੀ ਪਰਖਿਆ ਜਾ ਰਿਹਾ ਹੈ, ਹਨਾ। ਤਾਂ ਜਦੋਂ ਕੋਈ ਬੱਚੇ ਨੂੰ ਕੋਈ ਸਮਝ ਨਹੀਂ ਆਉਂਦਾ, ਪੁੱਛਦਾ ਵੀ ਸਰ ਕੀ ਬੋਲਿਆ ਜੀ, ਉਹ ਬੋਲਣ ਕੌਸ਼ਲ ਵੀ ਵਰਤੀ ਜਾ ਰਹੀ ਹੈ, ਹਨਾ। ਤਾਂ ਇਸ ਤਰ੍ਹਾਂ ਡਿਕਟੇਸ਼ਨ ਇੱਕ ਗੁੱਡ ਪੁਆਇੰਟ ਹੋ ਜਾਂਦਾ ਹੈ। ਇਸ ਤੋਂ ਬਾਅਦ ਨੈਕਸਟ ਆਪਾਂ ਲਾਸਟ ਕੁਐਸਚਨ ਸਮਝਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਤਰੀਕਾ ਸਿਖਿਆਰਥੀਆਂ ਨੂੰ ਭਾਸ਼ਾ ਤੋਂ ਜਾਣੂ ਕਰਵਾਉਣ ਲਈ ਪ੍ਰਮਾਣਿਕ ਨਹੀਂ ਹੈ? ਨਹੀਂ ਲਿਖਿਆ ਹੋਇਆ ਹੈ, ਧਿਆਨ ਦਿਓ। ਤੁਕਬੰਦੀ ਜਾਂ ਗੀਤਾਂ ਰਾਹੀਂ, ਸ਼ਬਦਾਂ ਤੇ ਛੋਟੇ ਵਾਕਾਂ ਦੀ ਵਰਤੋਂ ਰਾਹੀਂ, ਵਰਣਮਾਲਾ ਦੇ ਅੱਖਰਾਂ ਨੂੰ ਪੜ੍ਹਾਉਣ ਰਾਹੀਂ, ਜਾਂ ਬੋਲਣ ਅਤੇ ਸੁਣਨ ਦੀ ਪ੍ਰਕਿਰਿਆ ਰਾਹੀਂ। ਭਾਸ਼ਾ ਤੋਂ ਜਾਣੂ ਕਰਵਾਉਣ ਲਈ ਵਰਣਮਾਲਾ ਪੜ੍ਹਾਉਣ ਰਾਹੀਂ ਮੇ ਵੀ ਇਹ ਆਪਸ਼ਨ ਨਾਲ ਆਪਾਂ ਨੂੰ ਜਾਣਾ ਪਵੇਗਾ। ਥਰਡ ਆਪਸ਼ਨ ਬੈਸਟ ਰਹੇਗੀ ਜੀ। ਵੈਸੇ ਸਾਰੀਆਂ ਆਪਸ਼ਨਾਂ ਕੋਲ ਨੇ, ਠੀਕ ਹੈ। ਵਰਣਮਾਲਾ ਦੇ ਅੱਖਰਾਂ ਨੂੰ ਪੜ੍ਹਾਉਣ ਰਾਹੀਂ ਇਹਨੂੰ ਬਹੁਤਾ ਪ੍ਰਮਾਣਿਕ ਨਹੀਂ ਮੰਨਿਆ ਜਾਂਦਾ ਵੀ ਉਹ ਅੱਖਰਾਂ ਦਾ ਹੀ ਰੱਟਾ ਵਗੈਰਾ ਲਗਾ ਰਿਹਾ ਹੈ, ਹਨਾ। ਤਾਂ ਇਹ ਪ੍ਰਮਾਣਿਕ ਬਹੁਤਾ ਨਹੀਂ ਮੰਨਾਂਗੇ, ਤਾਂ ਆਪਸ਼ਨ ਥਰਡ ਸਾਡਾ ਇਸ ਤੇ ਰਾਈਟ ਆਨਸਰ ਹੋ ਜਾਵੇਗਾ। ਤਾਂ ਇਸ ਤਰੀਕੇ ਨਾਲ ਦੋਸਤੋ ਆਪਾਂ ਨੇ ਅੱਜ 30 ਕੁਐਸਚਨ ਡਿਸਕਸ ਕਰ ਲਏ ਨੇ। 30 ਦੇ ਵਿੱਚ ਤੁਹਾਨੂੰ ਕਿੰਨੇ ਕੁਐਸਚਨ ਆਉਂਦੇ ਸੀ ਇੱਕ ਵਾਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸ ਦਿਓ, ਠੀਕ ਹੈ। 2019 ਦਾ ਇਹ ਪੇਪਰ ਸੀ ਜੀ, ਪੇਪਰ 1 ਸੀ ਇਹ, ਠੀਕ ਹੈ। ਤਾਂ ਨੈਕਸਟ ਕਲਾਸ ਦੇ ਵਿੱਚ ਆਪਾਂ ਪੇਪਰ 1 ਦੀ ਹੀ ਇਹ ਫਸਟ ਲੈਂਗੁਏਜ ਸੀ, ਪੇਪਰ 1 ਫਸਟ ਲੈਂਗੁਏਜ। ਤਾਂ ਆਪਾਂ ਹੋਰ ਕੁਐਸਚਨ ਪੇਪਰ ਵੀ ਆਪਣੇ ਕੋਲ ਜੋ ਅਵੇਲੇਬਲ ਨੇ ਸਾਰੇ ਇੱਥੇ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਇਸ ਦੀ ਜਿਹੜੀ PDF ਹੈ ਤੁਹਾਨੂੰ ਐਪ ਦੇ ਉੱਤੇ ਮੈਂ ਭੇਜਤੀ ਸੀ, ਪਰ ਕੁਝ ਦੋਸਤਾਂ ਦੀ ਗੱਲ ਇਹ ਸੀ ਕਿ ਸਰ ਆਨਸਰ ਦੱਸੋ, ਇਹਨਾਂ ਦਾ ਸੋਲੂਸ਼ਨ ਦੱਸੋ। ਤਾਂ ਮੈਂ ਸੋਲੂਸ਼ਨ ਜਿਹੜੇ ਅੱਜ ਦੀ ਕਲਾਸ ਵਿੱਚ ਕਰਵਾ ਦਿੱਤੇਗਾ। ਥੈਂਕ ਯੂ ਸੋ ਮਚ।